ਤੁਹਾਡੇ ਹਿਸਾਬ ਨਾਲ ਇੱਕ ਨਵਾਂ ਬੰਦਾ ਆਵੇ ਜੀ ਜਿਹੜਾ ਕੋਈ ਬਾਹਰੋਂ ਵਿਚਾਰਾ ਆਉਣਾ ਚਾਹੁੰਦਾ ਆਪਣਾ ਭੈਣ ਭਰਾ ਜਾਂ ਫਿਰ ਕੋਈ ਪਾਕਿਸਤਾਨ 'ਚ ਰਹਿ ਕੇ ਵੀ ਇਹ ਕੰਮ ਸ਼ੁਰੂ ਕਰਨਾ ਚਾਹੁੰਦਾ ਹੋਵੇ ਜੀ ਤੇ ਉਹ ਕਿੰਨੇ ਕੁ ਪੈਸੇ ਲਾ ਕੇ ਕਿੰਨੀ ਕੁ ਇਨਵੈਸਟਮੈਂਟ ਲਾ ਕੇ ਤੇ ਕਿੰਨੇ ਪੈਸੇ ਕੱਢ ਲੇਗਾ ਸਾਲ ਖੰਡ ਦੇ ਵਿੱਚ? ਸਾਲ ਖੰਡ ਦੇ ਵਿੱਚ ਆਹੋ ਬੱਕਰੀਆਂ ਤੋਂ ਭਾਜੀ ਬੱਕਰੀਆਂ ਤੋਂ ਭਾਜੀ ਸਾਲ ਦੇ ਵਿੱਚ ਜਨਾਬ ਅਲੀ ਜਿੰਨੇ ਲਾਏ ਦਾना है हाँ अल्लाह के हुक्म दे नाल उदो पोते कट जैसे कि बकरियां लोग आके रखते हैं या फिर लोग आके डेयरी फार्म भी बनाते हैं बाहर से और फिर 6 महीने के अंदर अंदर अपनी सारी जो बकरियां हैं वो भी बेच देते हैं, अपना लॉस करते हैं और वापस चले जाते हैं। क्योंकि जो बाहर के मुल्क में लोग रहने वाले हैं उनके पास बहुत लिमिटेड बेचारों के पास टाइम होता है, वो 2 कश्तियों पर सवार होते हैं, उन्होंने वहाँ पर भी रहना होता है और यहाँ पर भी आके अपना देखना होता है। और यहाँ पर जो 6 महीने की छुट्टी वो आते हैं, उस 6 महीने की छुट्टी के अंदर अंदर उन्होंने सारा बेचारों ने काम करना होता है और अपना सारा काम देखना होता है। और उनको ये होता है कि हम 6 महीने के अंदर अंदर ना अपना सारा कुछ जो है वो सेट कर लेंगे और फिर हम जो बाहर का मुल्क है या ओवरसीज़ हम कहलाते हैं उसको खैरबाद कह देंगे। तो अस्सलाम वालेकुम दोस्तों, मेरा नाम है मोहम्मद यूनुस और आप देख रहे हैं YG TV। आज एक नज़र होगी बकर वालों की ज़िंदगी के ऊपर कि बकर वाला अपनी ज़िंदगी किस तरह गुजारते हैं और क्या ये गुर्बत की लकीर से नीचे हैं या फिर मिडिल क्लास तबके के साथ मिलते हैं, क्या तरीक़ाकार है इनका ज़िंदगी गुजारने का, इन्हीं से जानते हैं। भाई क्या नाम है तुम्हारा? मेरा नाम मोहम्मद शहजाद। सुनाएं कैसा चल रहा है कारोबार? शुक्र है कब से कर रहे हैं बकरियों का कारोबार? भाई साडा प्यो दादा करदा ਇਹਦੇ ਵਿੱਚ ਆਇਆ ਤੇ ਅਸੀਂ ਵੀ ਅੱਗੋਂ ਲੱਗੇ। अच्छा किन्नियां बकरियां रखियां जे? ਬੱਕਰੀਆਂ ਹੈ ਜੀ ਕੋਈ 50-60 ਭਾਰੂ ਹੈ ਨੇ। 50-60 ਭਾਰੂ। ਤੇ ਕੀ ਜ਼ਿੰਦਗੀ ਦਾ ਤਰੀਕਾ ਕਰ ਕੀ ਤੁਹਾਡਾ ਜ਼ਿੰਦਗੀ ਗੁਜ਼ਾਰਨ ਦਾ ਮਤਲਬ ਕਿਵੇਂ ਬੱਕਰੀਆਂ ਸੇਲ ਕਰਦੇ ਹੋ, ਦੁੱਧ ਸੇਲ ਕਰਦੇ ਹੋ ਜਾਂ ਫਿਰ ਜਿਹੜੀ ਆਵਾਮ ਹੈ ਸਾਡੀ ਬਾਹਰ ਖਾਸ ਕਰ ਬੈਠੀ ਦੀ ਹੈ ਉਹਨੂੰ ਬੜਾ ਚਾਅ ਹੈ ਬੱਕਰੀ ਫਾਰਮ ਰੱਖਣ ਦਾ। ਹਾਂ ਉਹ ਵੀ ਬੱਕਰੀਆਂ ਜਿਹੜੀਆਂ ਛੱਡ ਕੇ ਗਏ ਹਨ ਲੇਕਿਨ YouTube ਦੇ ਉੱਤੇ ਬੜੀਆਂ ਜਿਹੀਆਂ ਬੱਕਰੀਆਂ ਲੋਕੀ ਵਹਿੰਦੇ ਨੇ ਤੇ ਬੜੀਆਂ ਬੱਕਰੀਆਂ ਦੇ ਫਾਰਮ ਵਹਿੰਦੇ ਨੇ। ਤੁਸੀਂ ਬੱਕਰੀਆਂ ਚਰਾ ਕੇ ਗੁਜ਼ਾਰਾ ਕਰਦੇ ਹੋ, ਚਰਾ ਕੇ ਗੁਜ਼ਾਰਾ ਜ਼ਿਆਦਾ ਸਹੀ ਹੁੰਦਾ ਵੇ ਜਾਂ ਉਂਝ ਸਹੀ ਹੁੰਦਾ ਵੇ ਮਤਲਬ ਬੰਨ ਕੇ ਪਾਣ ਨਾਲ? ਭਾਜੀ ਦੋਵੇਂ ਤਰੀਕਿਆਂ ਨਾਲ ਠੀਕ ਹੁੰਦਾ। ਅੱਛਾ ਚਾਰ ਕੇ ਵੀ ਠੀਕ ਹੁੰਦਾ ਹੈ, ਬੰਨ ਕੇ ਵੀ ਠੀਕ ਹੁੰਦਾ ਹੈ। ਜੇ ਬੰਦਾ ਕੋ ਅਕਲਮੰਦ ਹੋਏ ਤਾਂ ਜਨਾਬ ਵਾਲੀ ਬੰਨ ਕੇ ਬੜਾ ਬਿਹਤਰੀਨ ਇਹਨਾਂ ਦਾ ਨਾਮ ਕਰਦਾ ਹੈ। ਅੱਛਾ ਤੂੰ ਬੜੇ ਬੜੇ ਫਾਰਮ ਲੋਕਾਂ ਨੇ ਭਾਜੀ ਬਣਾਏ ਨੇ, ਹਾਂ ਬੰਨ ਕੇ ਪਾਉਂਦੇ ਨੇ, ਬੰਡਾ ਪਾਉਂਦੇ ਨੇ, ਫੀਡ ਪਾਉਂਦੇ ਨੇ, ਜੋ ਵੀ ਉਹਨਾਂ ਨੂੰ। ਅੱਛਾ ਤੁਸੀਂ ਕੀ ਸਮਝਦੇ ਹੋ ਕਿ ਬੰਨ ਕੇ ਪੱਠੇ ਪਾਉਣ ਦੇ ਚ ਫਾਇਦਾ ਹੈ ਵੇ? ਜੀ ਫਾਇਦਾ ਹੈ। ਤੇ ਫਿਰ ਤੁਸੀਂ ਕਿਉਂ ਯਾਰ ਬੰਨ ਕੇ ਨਹੀਂ ਪਾਉਂਦੇ ਆ? ਭਾਜੀ ਸਾਡੀ ਆਦਤ ਹੋ ਗਈ, ਅਸੀਂ ਨਹੀਂ ਬੰਨ ਕੇ ਪਾ ਸਕਦੇ। ਤੇ ਫਿਰ ਇਹਦੇ 'ਚ ਫਾਇਦਾ ਹੋਣਾ ਹੈ ਨਾ, ਮਤਲਬ ਤੁਸੀਂ ਉਂਝ ਇਹਦੇ ਜ਼ਿਆਦਾ ਫਾਇਦਾ, ਉਹਦੇ ਜ਼ਰਾ ਘੱਟ ਹੈ। ਹਾਂ ਅਤੇ ਜਿਹੜੇ ਬੰਦੇ ਸ਼ੌਕੀਆ ਤੋਂ ਰੱਖੀਆਂ, ਜਿਹੜੇ ਮੇਰਾ ਮਤਲਬ ਹੋਰ ਨਾਲ ਕਾਰੋਬਾਰ ਹੈ ਉਹ ਬੰਨ ਕੇ ਪਾਉਂਦੇ ਨੇ। ਅਸੀਂ ਜਨਾਬ ਵਾਲੀ ਸਾਡਾ ਕਾਰੋਬਾਰ ਹੀ ਆ ਵੇ, ਅਸੀਂ ਕਰਨਾ ਹੀ ਆ ਵੇ ਤੇ ਅਸੀਂ ਫਿਰ ਬੰਨ ਕੇ ਨਹੀਂ ਪਾ ਸਕਦੇ। ਯਾਰ ਸਾਲਾਨਾ ਕੀ ਆਮਦਨ ਹੈ ਤੁਹਾਡੀ? ਸ਼ੁਕਰ ਅੱਲਾ ਦਾ ਸ਼ੁਕਰ। ਅੱਛੀ ਹੈ। ਹਾਂਜੀ ਕਿੰਨੀਆਂ ਨਸਲਾਂ ਤੋਂ ਕੰਮ ਕਰਦੇ ਹੋ ਵੇ? ਇਹ ਸਾਡੀਆਂ ਭਾਜੀ ਕੋਈ ਪਤਾ ਨਹੀਂ ਕਿੰਨੀਆਂ ਕੁ ਨਸਲਾਂ ਟੁੱਟ ਗਈਆਂ ਜੀ। ਅੱਛਾ ਹਾਂਜੀ ਯਾਨੀ ਕਿ ਦਾਦਾ ਪੜਦਾਦਾ ਯਾਨੀ ਕਿ ਜੀ ਜੀ ਕੁਝ ਚਾਰ ਨਸਲਾਂ ਤੁਹਾਂ ਵੇਖੀਆਂ ਨੇ ਆਪਣੀਆਂ? ਹਾਂਜੀ ਬਿਲਕੁਲ। ਪੜਦਾਦਾ ਵੇਖਿਆ ਬੱਕਰੀਆਂ ਚਾਰ ਦਾ? ਹਾਂਜੀ ਵੇਖਿਆ। ਲਓ ਜੀ। ਅੱਛਾ ਬਾਕੀ ਤੁਸੀਂ ਦੱਸੋ ਨਾ ਹੁਣ ਕਿਵੇਂ ਗੁਜ਼ਾਰਾ ਕਰਦੇ ਹੋ? ਬੱਕਰੀ ਡੰਗਰ ਵੇਚਦੇ ਹੋ ਸਾਲ ਬਾਅਦ ਉਹਦੇ ਨਾਲ ਗੁਜ਼ਾਰਾ ਕਰਦੇ ਹੋ ਜਾਂ ਦੁੱਧ ਸ਼ੁੱਧ ਵੇਚਦੇ ਹੋ ਉਹਦੇ ਨਾਲ ਗੁਜ਼ਾਰਾ ਕਰਦੇ ਹੋ? ਭਾਜੀ ਦੁੱਧ ਵੀ ਸਾਡਾ ਵਿਕਦਾ, ਬੱਚੇ ਵੀ ਵਿਕਦੇ ਨੇ, ਜਨਾਬ ਵਾਲੀ ਬੱਕਰੀ ਵੀ ਵਿਕਦੀ ਹੈ। ਫਿਰ ਲੇਲੇ ਛੇਲਾ ਠੀਕੇ ਛਿਕੇ ਲਈ ਮੇਰਾ ਮਤਲਬ ਹੈ ਲੋਕੀ ਲੈ ਲੈਂਦੇ ਨੇ। ਅੱਛਾ ਉਹਦਾ ਨਿਜ਼ਾਮ ਅੱਲਾ ਦਾ ਸ਼ੁਕਰ ਚੱਲਦਾ ਪਿਆ। ਅੱਛਾ ਹਾਂਜੀ ਤੇ ਕੁਝ ਦੋਸਤ ਸਾਡੇ ਨਾ ਬਾਹਰ ਬੈਠੇ ਨੇ, ਕੋਈ ਜਿਹੜੇ ਪਾਕਿਸਤਾਨ ਆਉਣਾ ਚਾਹੁੰਦੇ ਨੇ, ਜੀ ਉਹਨਾਂ ਵਾਸਤੇ ਕੋਈ ਕੀ ਰეკਮੈਂਡ ਕਰਦੇ ਹੋ ਕਿ ਉਹਨਾਂ ਨੂੰ ਆ ਕੇ ਬੱਕਰੀ ਫਾਰਮ ਬਣਾਉਣਾ ਚਾਹੀਦਾ? ਜ਼ਾਹਰੀ ਗੱਲ ਉਹ ਚਾਰ ਤੇ ਸਕਦੇ ਕੋਈ ਨਹੀਂ ਹਨ। ਜੀ ਕੁਝ ਵੀ ਲੋਕ ਐਸੇ ਜਿਹੜੇ ਮਿਡਲ ਕਲਾਸ ਤਬਕੇ ਨਾਲ ਤਲਕ ਰੱਖਦੇ ਨੇ ਤੇ ਉਹ ਕਾਰੋਬਾਰ ਵੀ ਸ਼ੁਰੂ ਕਰਨਾ ਚਾਹੁੰਦੇ ਨੇ, ਜ਼ਾਹਰੀ ਗੱਲ ਉਹ ਚਾਰਨਾ ਨਹੀਂ ਚਾਹੁੰਦੇ। ਤੁਹਾਡਾ ਤੇ ਅਬੋਈ ਦਾਦੂ ਕੰਮ ਹੈ, ਤੁਸੀਂ ਚਾਰਦੇ ਹੋ ਤੇ ਤੁਸੀਂ ਤੁਹਾਨੂੰ ਵੱਲ ਵੀ ਆਵੇ, ਉਹਨਾਂ ਬਾਰੇ ਕੀ ਆਂਦੇ ਹੋ? ਕੰਮ ਕਰਨ ਆ ਕੇ? ਜੀ ਭਾਜੀ ਜਿਹਨੂੰ ਕਿਸੇ ਨੂੰ ਖਾਸ਼ ਹੈ ਉਹ ਕਰੇ, ਜ਼ਰੂਰ ਕਰੇ, ਪਰ ਕਰੇ ਅਕਲਮੰਦੀ ਨਾਲ। ਅੱਛਾ ਇਹ ਰਾਜਨਪੁਰੀ ਬੱਕਰੀਆਂ ਲੈ ਆਵੇ ਤੇ ਕੋਈ 100 ਬੱਕਰੀ ਲੈ ਆਵੇ ਤੇ ਆ ਕੇ ਜਨਾਬ ਵਾਲੀ ਮਾਰ ਬੈਠਾ ਹੋਏ ਤੇ ਉਹਨੇ ਆਖਣਾ ਕਿ ਬੱਕਰੀਆਂ ਦਾ ਕੰਮ ਹੀ ਭੈੜਾ ਹੈ। ਰਾਜਨਪੁਰੀ ਦਾ ਕੀ ਤਾਂ ਲੱਗਿਆ ਵੀ ਦੱਸਿਓ ਜ਼ਰਾ। ਭਾਜੀ ਰਾਜਨਪੁਰੀ ਸਾਡੇ ਇਲਾਕੇ ਨਾਲ ਨਹੀਂ ਮੰਨਦੀ। ਅੱਛਾ ਹਾਂਜੀ ਲੇਕਿਨ ਉਹ ਬੱਕਰੀ ਤੇ ਕਾਫੀ ਮਹਿੰਗੀ ਹੁੰਦੀ ਹੈ। ਬੱਕਰੀ ਕਾਫੀ ਮਹਿੰਗੀ ਹੁੰਦੀ, ਖੂਬਸੂਰਤ ਵੀ ਹੁੰਦੀ ਹੈ ਜਨਾਬ ਵਾਲਾ, ਤੇ ਉਹ ਇੱਥੇ ਨਹੀਂ ਬਚਦੀ ਬਚਦੀ ਨਹੀਂ ਹੈ। ਹਾਂਜੀ ਉਹਨੂੰ ਪਾਣੀ ਲਾਗ ਹੋ ਜਾਂਦਾ ਹੈ ਜਨਾਬ ਵਾਲੀ, ਬਿਮਾਰੀਆਂ ਆ ਜਾਂਦੀਆਂ। ਮਾਲ ਉਹ ਲੈ ਕੋ ਦੇਸੀ ਮੇਰਾ ਮਤਲਬ ਸੋਹਣਾ, ਨਾ ਐਡਾ ਹਾਈ ਲੈਵਲ ਦਾ ਲੈ, ਨਾ ਐਡਾ ਦਰਮਿਆਨਾ ਜਿਹਾ ਲੈ। ਬੱਕਰੀਆਂ ਦੀ ਬਿਮਾਰੀਆਂ ਦੇ ਬਾਰੇ ਕੀ ਆਖੋਗੇ? ਬੱਕਰੀਆਂ ਦੀ ਬਿਮਾਰੀਆਂ ਦੇ ਜਨਾਬ ਲਈ ਕਦੀ ਕੋਈ 6 ਮਹੀਨੇ ਸਾਲ ਬਾਅਦ ਆ ਜਾਂਦੀ ਹੈ, ਕੋਈ ਗੱਲ ਨਹੀਂ ਤੇ ਅਕਸਰ ਵੇਖਿਆ ਜਿਹੜੇ ਫਾਰਮ ਦੇ ਉੱਤੇ ਲੋਕਾਂ ਨੇ ਵੀਡੀਓ ਬਣਾਈਆਂ ਹੁੰਦੀਆਂ ਨੇ, ਕਦੀ ਕਿਸੇ ਦੀ ਬੱਕਰੀਆਂ ਬਿਮਾਰ ਨੇ, ਕਦੀ ਕਿਸੇ ਦੀਆਂ ਬੱਕਰੀਆਂ ਬਿਮਾਰ ਨੇ, ਤੇ ਉਹ ਆਏ ਦਿਨ ਵਿਚਾਰੇ ਆਪਣਾ ਲਾਸ ਕਰ ਬੈਂਦੇ ਨੇ। ਜਿਹੜੇ ਵੀ ਲੋਕੀ ਵਿਚਾਰੇ ਬਾਹਰੋਂ ਆਉਂਦੇ ਨੇ, ਖਾਸ ਕਰ ਸਾਰੀ ਜਿਹੜੀ ਵੀਡੀਓਜ਼ ਨੇ ਨਾ, ਮੈਂ ਤੁਹਾਨੂੰ ਪਤਾ ਵੀਡੀਓ ਨਹੀਂ ਬਣਾਉਂਦਾ ਲੇਕਿਨ ਵੀਡੀਓ ਬਣਾਉਣ ਲੱਗਾ ਮੈਂ ਜਿਹੜੇ ਲੋਕੀ ਬਾਹਰ ਰਹਿੰਦੇ ਨੇ ਪਏ ਉਹਨਾਂ ਦੀ ਫਰਮਾਇਸ਼ ਦੇ ਉੱਤੇ, ਉਹ ਵਿਚਾਰੇ ਅਗਰ ਆ ਕੇ ਇੱਥੇ ਕਰਨਾ ਚਾਹੁੰਦੇ ਨੇ ਤੇ ਕੁਝ ਲੋਕੀ ਇੱਥੇ ਆਏ ਨੇ ਤੇ ਆ ਕੇ ਵਿਚਾਰੇ ਆਪਣਾ ਨੁਕਸਾਨ ਕਰਕੇ ਵਾਪਸ ਟੁਰ ਵੀ ਗਏ ਨੇ। ਜੀ ਜੀ ਤੇ ਉਹਨਾਂ ਦੇ ਬਾਰੇ 'ਚ ਕੀ ਆਖੋਗੇ? ਵਿਚਾਰੇ ਉੱਥੇ ਉਹਨਾਂ ਨੇ ਵੀਡੀਓ ਵੇਖ ਕੇ ਜ਼ੇਨ ਬਣਾਉਣਾ ਹੁੰਦਾ ਭਾਜੀ, ਉਹ ਜਨਾਬ ਵਾਲੀ ਆ ਕੇ
ਉਹਨਾਂ ਦਾ ਨਿਜ਼ਾਮ ਉਹਨਾਂ ਦੀ ਰਿਹਾਇਸ਼ ਅੱਛੀ ਬਣਾਉਣ, ਹਾਂ ਰਿਹਾਇਸ਼ ਅੱਛੀ ਬਣਾ ਕੇ ਜਨਾਬੇ ਵਾਲੀ ਉਹ ਇਹ ਲੋਕੀ ਕਈ ਨੇ ਉਹ ਫਾਰਮੀ ਖੁਰਾਕਾਂ ਦਿੰਦੇ ਨੇ। ਅੱਛਾ ਠੀਕ ਹੈ, ਮੇਰਾ ਮਤਲਬ ਹੈ ਉਹ ਸਾਡਾ ਮਾਲ ਹੈ ਚਰਾਈ ਤੇ ਵੇ, ਇਹਨਾਂ ਨੂੰ ਫਾਰਮੀ ਯਕਦਮ ਖੁਰਾਕ ਪੇ ਦੀ ਇਹਨਾਂ ਬਿਮਾਰ ਹੋਣਾ। ਠੀਕ ਹੈ ਠੀਕ ਹੈ, ਜਾਂ ਰੱਬ ਤੁਹਾਡਾ ਭਲਾ ਕਰੇ ਫਾਰਮ ਤੋਂ ਤੁਸੀਂ ਲੈ ਆਉਂਦੇ ਹੋ ਤੇ ਰੱਬ ਤੁਹਾਡਾ ਭਲਾ ਕਰੇ ਉਹ ਜਨਾਬ ਵਾਲੇ ਤੁਸੀਂ ਆਉਂਦੇ ਆ ਚਰਾਈ ਤੇ ਲਾ ਦੇਣਾ। ਤੁਹਾਡੇ ਹਿਸਾਬ ਨਾਲ ਇੱਕ ਨਵਾਂ ਬੰਦਾ ਵੇ ਜੀ ਜਿਹੜਾ ਕੋਈ ਬਾਹਰੋਂ ਵਿਚਾਰਾ ਆਣਾ ਚਾਹੁੰਦਾ ਆਪਣਾ ਭੈਣ ਭਰਾ, ਜਾਂ ਫਿਰ ਕੋਈ ਪਾਕਿਸਤਾਨ ਚ ਰਹਿ ਕੇ ਵੀ ਇਹ ਕੰਮ ਸ਼ੁਰੂ ਕਰਨਾ ਚਾਹੁੰਦਾ ਵੇ, ਜੀ ਤੇ ਉਹ ਕਿੰਨੇ ਕੋ ਪੈਸੇ ਲਾ ਕੇ, ਕਿੰਨੀ ਕੋ ਇਨਵੈਸਟਮੈਂਟ ਲਾ ਕੇ ਤੇ ਕਿੰਨੇ ਪੈਸੇ ਕੱਢ ਲੇਗਾ ਸਾਲ ਖੰਡ ਦੇ ਵਿੱਚ? ਸਾਲ ਖੰਡ ਦੇ ਵਿੱਚ ਆਹੋ ਬੱਕਰੀਆਂ ਤੋਂ ਭਾਜੀ, ਬੱਕਰੀਆਂ ਤੋਂ ਭਾਜੀ ਸਾਲ ਦੇ ਵਿੱਚ ਜਨਾਬ ਵਾਲੇ ਜਿੰਨੇ ਲਾਏ ਦਾ ਨਾ ਅੱਲਾ ਦੇ ਹੁਕਮ ਦੇ ਨਾਲ ਉਦੋਂ ਪੋਤੇ ਕੱਢੇ ਦਾ। ਬੱਕਰੀ ਮਿਸਾਲ ਤੌਰ ਤੇ ਭਾਜੀ ਲੱਖ ਰੁਪਏ ਦੀ ਹੈ ਨਾ ਬੱਕਰੀ, ਉਹ ਸੂਣ ਵਾਲੀ ਲਵੋ ਜਾਂ ਸੂਈ ਲਵੋ, ਖਾਲੀ ਬੱਕਰੀ ਤੁਸੀਂ ਲੈਣੀ ਹੈ ਨਾ ਉਹ ਤੁਹਾਡਾ ਥੋੜਾ ਜਿਹਾ ਪੀਰੀਅਡ ਹੋਣਾ ਹੈ। ਠੀਕ ਹੈ, ਪੀਰੀਅਡ ਉਹ ਵੀ ਨਹੀਂ ਮਹਿੰਗੀ ਨਹੀਂ ਤੁਹਾਨੂੰ ਪੈਣੀ, ਉਹ ਜਨਾਬ ਵਾਲੇ ਦੁੱਧ ਦੇਣ ਦੀ ਤੁਸੀਂ ਲੈਣੀ ਹੈ, ਤੁਹਾਨੂੰ ਦੁੱਧ ਦੇ ਕੇ ਉਹਨੇ ਆਪਣੀ ਖੁਰਾਕ ਤੁਹਾਨੂੰ ਵੀ ਕੋਈ ਨਾ ਕੋਈ ਦੇ ਦੀ। ਠੀਕ ਹੈ ਜਨਾਬ ਵਾਲੀ, ਜੇ ਤੁਸੀਂ ਸੂਈ ਲੈਣੀ ਹੈ ਬੱਕਰੀ ਤਾਂ ਸਾਲ ਦੇ ਵਿੱਚ ਨਾ ਜੇ 2 ਬੱਚੇ ਨੇ ਮਗਰ ਜੇ ਲੱਖ ਦੀ ਤੁਸੀਂ ਬੱਕਰੀ ਲੈਣੀ ਹੈ ਨਾ ਤਾਂ ਤਕਰੀਬਨ 1.5 ਤੋਂ 2 ਲੱਖ ਦੇ ਉਹਦੇ ਬੱਚੇ ਹੋ ਜਾਣੇ ਨੇ। ਠੀਕ ਹੈ, ਬੱਕਰੀ ਫਿਰ ਤੁਹਾਨੂੰ ਬਚ ਜਾਣੀ ਹੈ। ਇਹ ਜਨਾਬ ਵਾਲੇ ਹਿਸਾਬ ਤੇ ਬੱਕਰੀ ਕੋ ਸੂ ਵੀ ਪੈਣੀ ਹੈ, ਸੂ ਵੀ ਪੈਣੀ ਹੈ, ਦੁਬਾਰਾ ਉਹਨੇ ਸੂਆ ਵੀ ਦੇ ਦੇਣਾ। ਅੱਛਾ, ਸਾਲ ਦੇ ਵਿੱਚ ਜਾਂ 14 ਮਹੀਨਿਆਂ 'ਚ 2 ਵਾਰੀ ਸੁੰਦੀ ਹੈ ਕਿ ਸਾਲ 'ਚ 2 ਵਾਰੀ ਸੁੰਦੀ ਦੇਸੀ? ਸਾਲ ਦੇ ਵਿੱਚ ਵੀ 2 ਸੂਏ ਦੇ ਛੱਡਦੀ ਹੈ, 14 ਮਹੀਨਿਆਂ 'ਚ ਵੀ। ਅਸੀਂ ਤੇ ਭਾਜੀ 1 ਸੂਆ ਸਾਲ ਦੇ ਵਿੱਚ ਲੈਂਦੇ ਹਾਂ। ਉਹਦੀ ਕੀ ਵਜ੍ਹਾ ਹੈ? ਉਹਦੀ ਵਜ੍ਹਾ ਇਹ ਹੈ ਕਿ ਅਸੀਂ ਚਰਾਈ ਤੇ ਰੱਖੀ ਹੈ, ਅਸੀਂ ਮੇਰਾ ਮਤਲਬ ਬੰਨ ਕੇ ਨਹੀਂ ਪਾਉਂਦੇ ਤੇ ਉਹਦੀ ਇਹ ਵਜ੍ਹਾ ਹੈ। ਅੱਛਾ ਠੀਕ ਹੈ, ਸਾਡੇ ਕੋਲ ਪੱਠੇ ਦੀ ਥੋੜੀ ਜਿਹੀ ਕਿੱਲਤ ਨਹੀਂ, ਨਾਲੇ ਤੁਹਾਡੇ ਕੋਲ ਕੋਈ ਸਪੈਸ਼ਲ ਜਗ੍ਹਾ ਟਾਈਮ ਵੀ ਤੇ ਹੋਣਾ ਹੈ ਨਾ, ਜਿਵੇਂ ਸਰਦੀਆਂ 'ਚ ਬੱਚੇ ਹੋ ਸਕਦਾ ਤੁਸੀਂ ਨਾ ਲੈਂਦੇ ਹੋਵੋ। ਨਹੀਂ ਸਰਦੀਆਂ 'ਚ ਅਸੀਂ ਲੈਂਦੇ ਜੇ ਬੱਚੇ। ਅੱਛਾ, ਸਰਦੀਆਂ ਦੇ ਵਿੱਚ ਬੱਕਰੀਆਂ ਸੂ ਚੁੱਕੀਆਂ ਤੇ ਸਰਦੀਆਂ 'ਚ ਬੱਚੇ ਮਰ ਜਾਂਦੇ ਨੇ? ਨਹੀਂ ਕੋਈ ਨਹੀਂ ਮਰਦੇ, ਅੱਲਾ ਪਾਕ। ਅੱਛਾ, ਆਪੋ ਮੰਗਦਾ ਮਹੀਨਾ ਕਿਹੜਾ ਠੰਡ ਵਾਲਾ ਹੁੰਦਾ, ਅਸੀਂ ਖੁਸ਼ ਹੋ ਕੇ ਉਹ ਸੂਆ ਲੈਂਦੇ ਹਾਂ। ਅੱਛਾ, ਤੇ ਭੇਡਾਂ ਵੀ ਤੁਹਾਨੂੰ ਨਾਲ ਰੱਖੀਆਂ ਨੇ, ਭੇਡਾਂ ਦਾ ਕੀ ਸਮਝਦੇ ਹੋ, ਜ਼ਿਆਦਾ ਫਾਇਦਾ ਵਾ ਕਿ ਬੱਕਰੀਆਂ ਦਾ? ਭਾਜੀ ਇਹ ਫਾਇਦਾ ਹੀ ਹੈ ਇਹਨਾਂ ਦਾ, ਭੇਡਾਂ ਦਾ ਵੀ ਫਾਇਦਾ ਹੈ, ਭੇਡਾਂ ਵੀ ਅੱਛੀਆਂ। ਇਹ ਭੇਡਾਂ ਨਹੀਂ ਵੈਸੇ 2-3 ਭੇਡਾਂ ਨੇ, ਬਾਕੀ ਲੈ ਲਈਦੇ ਸਾਰੇ। ਅੱਛਾ, ਤੇ ਤੁਹਾਡੇ ਹਿਸਾਬ ਨਾਲ ਕੀ ਭੇਡਾਂ ਰੱਖਣੀਆਂ ਚਾਹੀਦੀਆਂ ਨੇ? ਨਹੀਂ ਭੇਡਾਂ ਵੀ ਭਾਜੀ ਅੱਛਾ ਕੰਮ ਹੈ। ਭੇਡਾਂ 'ਚ ਬਹੁਤਾ ਫਾਇਦਾ ਕਿ ਬੱਕਰੀਆਂ 'ਚ ਬਹੁਤਾ ਫਾਇਦਾ? ਭਾਜੀ ਫਾਇਦਾ ਦੋਵਾਂ ਚੀਜ਼ਾਂ 'ਚ ਹੀ ਹੈ। ਅੱਛਾ, ਠੀਕ ਹੈ, ਸਿੱਧੀਆਂ ਰਹਿਣ ਭੇਡਾਂ ਤੇ ਭੇਡਾਂ ਬੱਕਰੀਆਂ ਨਾਲ ਵੀ ਚੰਗੀਆਂ। ਅੱਛਾ, ਤੇ ਜੇ ਬੱਕਰੀਆਂ ਸਿੱਧੀਆਂ ਰਹਿਣ ਤੇ ਬੱਕਰੀਆਂ ਦੇ ਨਾਲ ਤੇ ਫਿਰ ਮੱਝ ਗਾਂ ਵੀ नहीं ना रलती। अच्छा हाँ जी, ये जी हम वीडियो इसलिए बना रहे हैं कि जो लोग हमारे सऊदी अरब में रहते हैं और जो लोग हमारे अरब ममालिक में रहते हैं या फिर कहीं भी रहते हैं, तो उनके लिए ये वीडियो बनाई जा रही है। अक्सर औकात वो मुझे मैसेज करते हैं, जैसा कि आप जानते हैं कि मैं क्राइम रिपोर्टर हूँ, इस तरह की वीडियोस नहीं बनाता, लेकिन आज के बाद मैं जो बिज़नेस आइडियाज़ हैं वो भी बनाया करूँगा। ये भाई हमारे साथ बकरवाल थे, ये मौजूद थे और अबो इजाद से ये काम कर रहे थे। हम किसी गोट फार्म में भी जाएंगे और गोट फार्म में जाकर वहाँ पर भी उनसे जो इंटरव्यू है वो लेंगे और उनसे पूछेंगे कि आपका तरीकाकार क्या है और आपको बचत कितनी आ रही है, और ये जो भाई हैं जो चराए पर अपनी बकरियाँ रखते हैं इनको बचत कितनी आ रही है। क्योंकि यहाँ से जो बाहर लोग बैठे हैं वो जब पाकिस्तान में आते हैं तो पाकिस्तान में आकर वो अपना अच्छा खासा लॉस कर देते हैं, क्योंकि वो कोई ना कोई कारोबार शुरू करना चाहते हैं। मैं यही नहीं कि सिर्फ बकरियों के कारोबार पर ही एक वीडियो बनाने जा रहा हूँ, मैं हर एक कारोबार के ऊपर इंशाल्लाह जो आप मुझे कमेंट करेंगे मैं उसी जो कारोबार है, जो बिज़नेस आइडिया होगा उसके ऊपर वीडियो बनाऊंगा और तफसीली वीडियो बनाऊंगा। और इसमें कोई ऐसा तहमीना नहीं होगा जो आप ये सोच लें कि आपको नुकसान हो जाएगा। जैसे कि बकरियाँ लोग आके रखते हैं या फिर लोग आके डेयरी फार्म भी बनाते हैं बाहर से, और फिर 6 महीने के अंदर अंदर अपनी सारी जो बकरियाँ हैं वो भी बेच देते हैं, अपना लॉस करते हैं और वापस चले जाते हैं। क्योंकि जो बाहर के मुल्क में लोग रहने वाले हैं उनके पास बहुत लिमिटेड बेचारों के पास टाइम होता है, वो 2 कश्तियों पर सवार होते हैं, उन्होंने वहाँ पर भी रहना होता है और यहाँ पर भी आके अपना देखना होता है। और यहाँ पर जो 6 महीने की छुट्टी वो आते हैं, उस 6 महीने की छुट्टी के अंदर अंदर उन्होंने सारा बेचारों ने काम करना होता है और अपना सारा काम देखना होता है। और उनको ये होता है कि हम 6 महीने के अंदर अंदर ना अपना सारा कुछ जो है वो सेट कर लेंगे और फिर हम जो बाहर का मुल्क है या ओवरसीज़ हम कहलाते हैं उसको खैरबाद कह देंगे। तो आज ये बकरियों का एक छोटा सा मैंने एक विज़िट किया था, यहाँ से गुजर रहा था, तो मैंने कहा कि भाई से ना मैं इसका भी एक तहमीना ले लेता हूँ कि ये कितनी बकरियाँ होंगी और कितने ये पैसे कमाएंगे। तो भाई का कहना है कि जितने पैसे आप लगाओगे साल के बाद अब आप डबल कमाओगे, लेकिन उससे पहले आपको थोड़ी तालीम होनी ज़रूरी है, क्योंकि बकरियों के अंदर थोड़ी बीमारियाँ भी होती हैं। जब इसको बांध कर आप कोई पट्ठे वगैरह डालते हैं या इनको इनकी अफजाइश करने की कोशिश करते हैं तो उसके अंदर थोड़ी सी प्रॉब्लम आ जाती है, कोई परेशानी आ जाती है। जब बकरी खुली फिरती है तो उसके अंदर कोई और मामलात होते हैं और बकरी की जो ग्रोथ है वो अलग से होती है। इसी तरह हम बहुत सारे और जो बिज़नेस आइडियाज़ हैं वो भी आपके साथ शेयर करेंगे। आप जिस बिज़नेस आइडिया पर वीडियो चाहते हैं उसी पर वीडियो बनेगी और आपके साथ शेयर की जाएगी। जज़ाकल्लाह।